ਕਿਤਾਬ ਸ਼ਹੀਦ ਜਸਵੰਤ ਸਿੰਘ ਖਾਲੜਾ ਸੋਚ ਸੰਘਰਸ਼ ਤੇ ਸ਼ਹਾਦਤ। ਲੇਖਕ ਸਰਦਾਰ ਅਜਮੇਰ ਸਿੰਘ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਭਾਗ 11ਵਾਂ। ਮੁੜ ਜੰਗ ਦੇ ਖੇਤਰ ਵਿੱਚ ਹਿਊਮਨ ਰਾਈਟਸ ਵਿੰਗ ਦੀ ਸਥਾਪਨਾ, ਬੀਲਾਹ ਕਾਂਡ ਅਤੇ ਖਾੜਕੂ ਸਿੰਘਾਂ ਦੇ ਪਰਿਵਾਰਾਂ ਉੱਤੇ ਪੁਲਸੀ ਜ਼ਬਰ ਦੀ ਮੁਹਿੰਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੜ ਜੰਗ ਦੇ ਖੇਤਰ ਵਿੱਚ ਪੰਜਾਬ ਅੰਦਰ 1992 ਚੋਣਾਂ ਤੋਂ ਬਾਅਦ ਪੈਦਾ ਹੋਈ ਹਾਲਤ ਦਾ ਗਹਿਰਾ ਵਿਸ਼ਲੇਸ਼ਣ ਕਰਨ ਉਪਰੰਤ ਭਾਈ ਜਸਵੰਤ ਸਿੰਘ ਖਾਲੜਾ ਇਸ ਮਹੱਤਵਪੂਰਨ ਨਿਰਣੇ ਤੇ ਅਪੜਿਆ ਸੀ ਕਿ ਬੇਅੰਤ ਸਿੰਘ ਦੀ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੀ ਨੁਮਾਇੰਦਾ ਪ੍ਰਤੀਨਿਧ ਸਰਕਾਰ ਕਹਾਉਣ ਦਾ ਉੱਕਾ ਹੀ ਕੋਈ ਨੈਤਿਕ ਹੱਕ ਨਹੀਂ ਹੈ, ਕਿਉਂਕਿ ਚੋਣਾਂ ਦੇ ਨਤੀਜੇ ਦਰਸਾਉਂਦੇ ਹਨ ਕਿ ਪੰਜਾਬ ਦੇ ਲੋਕਾਂ ਦੀ ਭਾਰੀ ਬਹੁ ਗਿਣਤੀ ਨੇ ਚੋਣਾਂ ਦਾ ਠੋਕ ਵਜਾ ਕੇ ਬਾਈਕਾਟ ਕੀਤਾ। ਜਿਹੜੀ ਮਾਮੂਲੀ ਵੋਟਿੰਗ ਹੋਈ ਉਹ ਵੀ ਹਕੂਮਤੀ ਦਹਿਸ਼ਤ ਦੇ ਸਾਏ ਹੇਠ ਹੋਈ, ਮੁੱਖ ਤੌਰ ਤੇ ਸ਼ਹਿਰੀ ਖੇਤਰ ਵਿੱਚ ਹੀ ਹੋਈ ਅਤੇ ਜ਼ਿਆਦਾਤਰ ਗੈਰ ਸਿੱਖ ਵਰਗਾਂ, ਮੁੱਖ ਤੌਰ ਤੇ ਸ਼ਹਿਰੀ ਹਿੰਦੂ ਤਬਕੇ ਨੇ ਹੀ ਵੋਟਾਂ ਪਾਈਆਂ। ਇਸ ਲਿਹਾਜ਼ ਨਾਲ ਬੇਅੰਤ ਸਿੰਘ ਦੀ ਸਰਕਾਰ ਕਾਨੂੰਨੀ ਤੌਰ ਤੇ ਸਦਾਚਾਰਕ ਦੋਨੋਂ ਹੀ ਪੱਖਾਂ ਤੋਂ ਨਾਜਾਇਜ਼ ਸਰਕਾਰ ਹੈ, ਜਿਸ ਨੂੰ ਕੋਈ ਵੀ ਫੈਸਲਾ ਕਰਨ, ਖਾਸ ਕਰਕੇ ਸਿੱਖ ਕੌਮ ਨਾਲ ਸੰਬੰਧਿਤ ਕੋਈ ਨਿਰਣਾ ਲੈਣ ਦਾ ਕੋਈ ਅਧਿਕਾਰ ਨਹੀਂ। ਭਾਈ ਜਸਵੰਤ ਸਿੰਘ ਦਾ ਵਿਚਾਰ ਤੇ ਇਹ ਇੱਛਾ ਇਹ ਸੀ ਕਿ ਇਸ ਨਾਜਾਇਜ਼ ਹਕੂਮਤ ਦੇ ਲੋਕਾਂ ਅੰਦਰ ਪੈਰ ਨਾ ਲੱਗਣ ਦਿੱਤੇ ਜਾਣ ਅਤੇ ਇਸ ਮੰਤਵ ਲਈ ਇਸ ਦੇ ਖਿਲਾਫ ਫੌਰੀ ਜਨਤਕ ਤੇ ਜਮਹੂਰੀ ਅੰਦੋਲਨ ਸ਼ੁਰੂ ਕਰ ਦੇਣਾ ਚਾਹੀਦਾ ਹੈ। ਜਸਵੰਤ ਸਿੰਘ ਦਾ ਵਿਸ਼ਵਾਸ ਸੀ ਕਿ ਜੇਕਰ ਖਾੜਕੂ ਤੇ ਪੰਥਕ ਜਥੇਬੰਦੀਆਂ ਪੰਜਾਬ ਦੇ ਲੋਕਾਂ ਸਾਹਮਣੇ ਕੋਈ ਠੋਸ ਤੇ ਉਸਾਰੂ ਪ੍ਰੋਗਰਾਮ ਪੇਸ਼ ਕਰਨ ਦੀ ਪਹਿਲ ਕਦਮੀ ਕਰਨ ਤਾਂ ਬੇਅੰਤ ਸਿੰਘ ਦੀ ਸਰਕਾਰ ਨੂੰ ਤਾਕਤ ਫੜਨ ਤੋਂ ਪਹਿਲਾਂ ਹੀ ਨਕਾਰਾ ਕਰਕੇ ਖਦੇੜ ਦੇਣਾ ਐਨ ਮੁਮਕਿਨ ਹੈ। ਇਸੇ ਹੀ ਆਸ਼ੇ ਨੂੰ ਮੁੱਖ ਰੱਖਦਿਆਂ ਉਸਨੇ ਚੋਣਾਂ ਤੋਂ ਥੋੜੇ ਹੀ ਦਿਨਾਂ ਬਾਅਦ ਪੰਜਾਬ ਅੰਦਰ ਸਰਗਰਮ ਆਪਣੇ ਸਹਿਯੋਗੀਆਂ ਨੂੰ ਦਮਨ ਵਿਰੋਧੀ ਫਰੰਟ ਵੱਲੋਂ ਹੇਠ ਲਿਖਿਆ ਬਿਆਨ ਜਾਰੀ ਕਰਨ ਲਈ ਕਿਹਾ ਸੀ। ਦਮਨ ਵਿਰੋਧੀ ਫਰੰਟ ਦੇ ਆਗੂਆਂ ਨੇ ਸਿੱਖ ਭਾਈਚਾਰੇ ਵੱਲੋਂ ਬਾਈਕਾਟ ਦੇ ਸਬੰਧ ਵਿੱਚ ਵਿਖਾਈ ਗਈ ਏਕਤਾ ਉੱਪਰ ਤਸੱਲੀ ਪ੍ਰਗਟ ਕੀਤੀ ਅਤੇ ਕਿਹਾ ਕਿ ਚੋਣ ਬਾਈਕਾਟ ਮੁਕੰਮਲ ਹੋਣ ਨਾਲ ਕੇਂਦਰ ਸਰਕਾਰ ਦੇ ਮਨਸੂਬੇ ਮਿੱਟੀ ਵਿੱਚ ਮਿਲ ਗਏ ਹਨ। ਫਰੰਟ ਆਗੂਆਂ ਨੇ ਕਿਹਾ ਕਿ ਚੋਣਾਂ ਕਰਾਉਣ ਦਾ ਫੈਸਲਾ ਕੇਂਦਰ ਸਰਕਾਰ ਦੀ ਇਤਿਹਾਸਕ ਭੁੱਲ ਸਾਬਤ ਹੋਵੇਗਾ ਅਤੇ ਇਨ੍ਹਾਂ ਚੋਣਾਂ ਕਰਕੇ ਪੰਜਾਬ ਦੇ ਦੋਵਾਂ ਮੁੱਖ ਭਾਈਚਾਰਿਆਂ ਵਿਚਕਾਰ ਗੰਭੀਰ ਤਰੇੜਾਂ ਪੈਦਾ ਹੋਣ ਦਾ ਖਦਸ਼ਾ ਹੈ, ਕਿਉਂਕਿ ਜਿੰਨੀ ਪੋਲਿੰਗ ਹੋਈ ਹੈ ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਹਿੰਦੂ ਬਹੁ ਗਿਣਤੀ ਵਾਲੇ ਇਲਾਕਿਆਂ ਵਿੱਚ ਹੀ ਜ਼ਿਆਦਾ ਹੋਈ ਹੈ। ਦਮਨ ਵਿਰੋਧੀ ਫਰੰਟ ਦੇ ਆਗੂਆਂ ਸਤਨਾਮ ਸਿੰਘ ਅਮੀਸ਼ਾ, ਜਸਵੀਰ ਸਿੰਘ ਅਤੇ ਸੁਰਿੰਦਰ ਸਿੰਘ ਘਰਿਆਲਾ ਨੇ ਦਾਅਵਾ ਕੀਤਾ ਹੈ ਕਿ ਪੋਲਿੰਗ ਸਿਰਫ 18% ਦੇ ਲਗਭਗ ਹੋਈ ਹੈ, ਬਾਕੀ ਪੋਲਿੰਗ ਹੇਰਾਫੇਰੀ ਕਰਕੇ ਹੋਈ ਹੈ। ਫਰੰਟ ਆਗੂਆਂ ਨੇ ਸਾਰੀਆਂ ਖਾੜਕੂ ਤੇ ਪੰਥਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਵਿਸਾਖੀ ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਸਰਬੱਤ ਖਾਲਸਾ ਸੱਦਣ ਵਾਸਤੇ ਆਮ ਸਹਿਮਤੀ ਕਰਨ ਅਤੇ ਸਰਕਾਰ ਖਿਲਾਫ ਸਿਵਲ ਨਾਫਰਮਾਨੀ ਅੰਦੋਲਨ ਛੇੜਨ ਲਈ ਗੁਰਮਤਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੌਜੂਦਾ ਅਸੈਂਬਲੀ ਮੈਂਬਰ ਨੈਤਿਕ ਰੂਪ ਵਿੱਚ ਲੋਕਾਂ ਦੀ ਕੋਈ ਪ੍ਰਤੀਨਿਧਤਾ ਨਹੀਂ ਕਰਦੇ ਤੇ ਨਾ ਹੀ ਇਹਨਾਂ ਨੂੰ ਸਿੱਖ ਭਾਈਚਾਰੇ ਦੇ ਭਵਿੱਖ ਬਾਰੇ ਕੋਈ ਫੈਸਲਾ ਲੈਣ ਦਾ ਅਧਿਕਾਰ ਹੈ। ਅਖਬਾਰਾਂ ਨੂੰ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆਂ ਸਤਵਿੰਦਰ ਸਿੰਘ ਪਲਾਸੌਰ ਨੇ ਕਿਹਾ ਕਿ ਜੇਕਰ 27,000 ਪਰਮਾਣੂ ਹਥਿਆਰਾਂ ਵਾਲੀ ਮਹਾਂਸ਼ਕਤੀ ਸੋਵੀਅਤ ਯੂਨੀਅਨ ਅਤੇ ਵੀਅਤਨਾਮ ਵਿੱਚ ਅਮਰੀਕਾ 25 ਸਾਲਾਂ ਤੋਂ ਲੈ ਕੇ ਵੀ ਲੋਕ ਲਹਿਰਾਂ ਨੂੰ ਦਬਾ ਨਹੀਂ ਸਕਿਆ ਤਾਂ ਭਾਰਤ ਸਰਕਾਰ ਵੀ ਸਿੱਖ ਭਾਈਚਾਰੇ ਨੂੰ ਨਹੀਂ ਦਬਾ ਸਕਦੀ। ਆਵਾਜ਼ੇ ਕੌਮ 27 ਫਰਵਰੀ 4 ਮਾਰਚ 1992। ਪਰ ਇਸ ਨੂੰ ਸਿੱਖ ਪੰਥ ਦਾ ਦੁਰਭਾਗ ਹੀ ਕਿਹਾ ਜਾਣਾ ਚਾਹੀਦਾ ਹੈ ਕਿ ਖਾੜਕੂ ਜਥੇਬੰਦੀਆਂ ਨੇ ਆਪਣੇ ਅੰਦਰੂਨੀ ਸੰਕਟਾਂ ਦੀ ਬਦੌਲਤ ਚੋਣਾਂ ਤੋਂ ਬਾਅਦ ਪੰਜਾਬ ਦੇ ਲੋਕਾਂ ਤੇ ਸਿੱਖ ਭਾਈਚਾਰੇ ਨੂੰ ਯੋਗ ਅਗਵਾਈ ਦੇਣ ਲਈ ਕੋਈ ਠੋਸ ਉਪਰਾਲਾ ਨਾ ਕੀਤਾ। ਨਤੀਜਾ ਇਹ ਨਿਕਲਿਆ ਕਿ ਕਿਸੇ ਜਨਤਕ ਵਿਰੋਧ ਦੀ ਗੈਰ ਹਾਜ਼ਰੀ ਵਿੱਚ ਬੇਅੰਤ ਸਿੰਘ ਦੀ ਸਰਕਾਰ ਨੇ ਹੌਲੀ-ਹੌਲੀ ਲੋਕਾਂ ਅੰਦਰ
ਆਪਣੇ ਪੈਰ ਲਾਉਣੇ ਸ਼ੁਰੂ ਕਰ ਦਿੱਤੇ। ਪਿੰਡਾਂ ਵਿੱਚੋਂ ਸਵਾਰਥੀ ਤੇ ਗੈਰ ਸਮਾਜੀ ਤੱਤਾਂ ਨੇ ਧੜਾ ਧੜ ਸਰਕਾਰ ਨਾਲ ਜੁੜਨਾ ਤੇ ਜ਼ਾਲਮਾਂ ਨਾਲ ਤੁਰਨਾ ਸ਼ੁਰੂ ਕਰ ਦਿੱਤਾ। ਥੋੜੇ ਹੀ ਚਿਰ ਵਿੱਚ ਕੇਂਦਰ ਸਰਕਾਰ ਨੇ ਇਸ ਸਾਜ਼ਗਾਰ ਹਾਲਤ ਦਾ ਫਾਇਦਾ ਲੈਂਦਿਆਂ ਸਿੱਖਾਂ ਦੇ ਖਿਲਾਫ 18ਵੀਂ ਸਦੀ ਦੇ ਮੁਗਲ ਹਾਕਮਾਂ ਦੀ ਤਰਜ਼ ਉੱਤੇ ਜ਼ਬਰ ਦੀ ਵਹਿਸ਼ੀ ਮੁਹਿੰਮ ਚਲਾ ਦਿੱਤੀ। ਇਸ ਹਾਲਤ ਨੂੰ ਦੇਖਦਿਆਂ ਹੀ ਭਾਈ ਜਸਵੰਤ ਸਿੰਘ ਨੇ ਜ਼ੁਲਮਾਂ ਦਾ ਸਿੱਧੇ ਮੱਥੇ ਟਾਕਰਾ ਕਰਨ ਲਈ ਕਾਹਲੀ ਨਾਲ ਪੰਜਾਬ ਮੁੜ ਆਉਣ ਦਾ ਫੈਸਲਾ ਕੀਤਾ ਸੀ। ਉਹ ਮਈ ਮਹੀਨੇ ਦੇ ਅਖੀਰ ਵਿੱਚ ਪੰਜਾਬ ਪੁੱਜਾ, ਜਦੋਂ ਜੇਠ ਵੀ ਤਪਿਆ ਹੋਇਆ ਸੀ ਅਤੇ ਭਾਰਤ ਦੇ ਸਿੱਖ ਦੁਸ਼ਮਣ ਹਾਕਮਾਂ ਦੇ ਜ਼ੁਲਮਾਂ ਦੀ ਭੱਠੀ ਵੀ ਪੂਰੀ ਤਪੀ ਹੋਈ ਸੀ। ਹਿਊਮਨ ਰਾਈਟਸ ਵਿੰਗ ਦੀ ਸਥਾਪਨਾ। ਜਸਵੰਤ ਸਿੰਘ ਨੇ ਇੰਗਲੈਂਡ ਜਾਣ ਤੋਂ ਪਹਿਲਾਂ IDP ਨਾਲੋਂ ਆਪਣਾ ਸਿਆਸੀ ਤੇ ਜਥੇਬੰਦਕ ਨਾਤਾ ਤੋੜ ਲਿਆ ਸੀ। ਪੰਜਾਬ ਵਿੱਚ ਵਾਪਸ ਆ ਕੇ ਉਸਨੇ ਜ਼ੁਲਮਾਂ ਦਾ ਅਸਰਦਾਰ ਤਰੀਕੇ ਨਾਲ ਟਾਕਰਾ ਕਰਨ ਲਈ ਕਿਸੇ ਪ੍ਰਤੀਬੱਧ ਰਾਜਸੀ ਧਿਰ ਅਥਵਾ ਜਥੇਬੰਦੀ ਨਾਲ ਜੁੜਨ ਦੀ ਲੋੜ ਮਹਿਸੂਸ ਕੀਤੀ। ਡੂੰਘੀ ਸੋਚ ਵਿਚਾਰ ਤੋਂ ਬਾਅਦ ਉਸਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠਲੇ ਅਕਾਲੀ ਦਲ ਮਾਨ ਨਾਲ ਰਲ ਕੇ ਚੱਲਣ ਦਾ ਫੈਸਲਾ ਕੀਤਾ। ਭਾਵੇਂ ਉਹ ਸਰਦਾਰ ਮਾਨ ਦੀ ਚੋਣਾਂ ਬਾਰੇ ਸਮਝ ਨਾਲ ਸਹਿਮਤ ਨਹੀਂ ਸੀ, ਪਰ ਉਸ ਹਾਲਤ ਵਿੱਚ ਉਸ ਨੂੰ ਸਰਕਾਰੀ ਜ਼ੁਲਮਾਂ ਨਾਲ ਲੜਨ ਦਾ ਤੰਤ ਰੱਖਣ ਪੱਖੋਂ ਇਸ ਨਾਲੋਂ ਬਿਹਤਰ ਕੋਈ ਹੋਰ ਰਾਜਸੀ ਧਿਰ ਨਹੀਂ ਦਿਖਦੀ ਸੀ। ਉਸ ਵੇਲੇ ਉਸ ਦਾ ਵੱਡਾ ਸਰੋਕਾਰ ਪੰਜਾਬ ਅੰਦਰ ਮਨੁੱਖੀ ਤੇ ਜਮਹੂਰੀ ਹੱਕਾਂ ਦੀ ਰਾਖੀ ਕਰਨਾ ਸੀ। ਇਸ ਕਰਕੇ ਉਸ ਨੇ ਅਕਾਲੀ ਦਲ ਮਾਨ ਨਾਲ ਜੁੜ ਕੇ ਹਿਊਮਨ ਰਾਈਟਸ ਵਿੰਗ ਦੀ ਸਥਾਪਨਾ ਕੀਤੀ ਅਤੇ ਆਪਣੀ ਸਰਗਰਮੀ ਇਸੇ ਮੰਚ ਦੇ ਨਾਮ ਹੇਠ ਕਰਨ ਦਾ ਇਰਾਦਾ ਧਾਰ ਲਿਆ। ਇੰਗਲੈਂਡ ਅੰਦਰ ਬਿਤਾਏ 1 ਸਾਲ ਦੇ ਦੌਰਾਨ ਭਾਈ ਜਸਵੰਤ ਸਿੰਘ ਨੇ ਪੱਛਮੀ ਮੁਲਕਾਂ ਦੇ ਅਧਿਕਾਰੀਆਂ ਨਾਲ ਹੋਈਆਂ ਮੁਲਾਕਾਤਾਂ ਤੋਂ ਇਹ ਜਾਣ ਲਿਆ ਸੀ ਕਿ ਜੇਕਰ ਪੰਜਾਬ ਅੰਦਰ ਹੋ ਰਹੇ ਜ਼ੁਲਮਾਂ ਦੇ ਵਿਰੁੱਧ ਬਾਹਰਲੇ ਸੰਸਾਰ ਤੋਂ ਹਮਾਇਤ ਜਾਂ ਹਮਦਰਦੀ ਹਾਸਲ ਕਰਨੀ ਹੈ ਤਾਂ ਜ਼ੁਲਮਾਂ ਬਾਰੇ ਅਮੂਰਤ ਪ੍ਰਾਪੇ ਗੰਡੇ ਨੂੰ ਛੱਡ ਕੇ ਇਸ ਬਾਰੇ ਠੋਸ ਤੱਤ ਤੇ ਵੇਰਵੇ ਇਕੱਠੇ ਕਰਨੇ ਪੈਣਗੇ ਅਤੇ ਉਹਨਾਂ ਉੱਤੇ ਆਧਾਰਿਤ ਪ੍ਰਮਾਣਿਕ ਰਿਪੋਰਟਾਂ ਤਿਆਰ ਕਰਨੀਆਂ ਪੈਣਗੀਆਂ। ਭਾਵ ਉਸਨੇ ਇਸ ਮਸਲੇ ਪ੍ਰਤੀ ਸਹੀ ਪੇਸ਼ਾਵਰਾਨਾ ਪਹੁੰਚ ਅਪਣਾਉਣ ਦੀ ਲੋੜ ਤੇ ਅਹਿਮੀਅਤ ਪਛਾਣ ਲਈ ਸੀ। ਇਸੇ ਪਹੁੰਚ ਵਿੱਚੋਂ 25,000 ਅਣਪਛਾਤੀਆਂ ਲਾਸ਼ਾਂ ਦਾ ਸੱਚ ਸਾਹਮਣੇ ਆ ਸਕਿਆ ਸੀ, ਜਿਸ ਨਾਲ ਸੰਸਾਰ ਸਾਹਮਣੇ ਭਾਰਤੀ ਰਾਜ ਦੇ ਫਾਸ਼ੀ ਚਿਹਰੇ ਉੱਤੇ ਚੜ੍ਹਿਆ ਜਮਹੂਰੀਅਤ ਦਾ ਨਕਾਬ ਲੀਰੋ ਲੀਰ ਹੋ ਗਿਆ ਸੀ। ਬੀਲਾ ਕਾਂਡ। 8 ਜੂਨ 1992 ਦੀ ਰਾਤ ਨੂੰ ਪੁਲਿਸ ਤੇ CRPF ਦੇ ਵੱਡੇ ਲਸ਼ਕਰ ਨੇ ਤਰਨਤਾਰਨ ਨੇੜਲੇ ਪਿੰਡ ਬੀਲੇ ਦੇ ਇੱਕ ਘਰ ਨੂੰ ਚਫੇਰਿਓਂ ਘੇਰਾ ਕੱਤ ਲਿਆ ਸੀ। ਪੁਲਿਸ ਨੂੰ ਕਿਸੇ ਮੁਖਬਰ ਨੇ ਸੂਹ ਦਿੱਤੀ ਸੀ ਕਿ ਸਾਬਕਾ MLA ਸਰਦਾਰ ਮਨਜਿੰਦਰ ਸਿੰਘ ਬੀਲਾ ਦੇ ਬੇਆਬਾਦ ਪਏ 2 ਮੰਜ਼ਲਾ ਮਕਾਨ ਵਿੱਚ ਕੁਝ ਖਾੜਕੂ ਲੁਕੇ ਹੋਏ ਹਨ। ਪੁਲਿਸ ਫੋਰਸ ਦੀ ਅਗਵਾਈ ਤਰਨਤਾਰਨ ਪੁਲਿਸ ਜ਼ਿਲ੍ਹੇ ਦਾ SSP ਅਜੀਤ ਸਿੰਘ ਸੰਧੂ ਤੇ SP ਆਪਰੇਸ਼ਨਲ ਖੂਬੀ ਰਾਮ ਕਰ ਰਹੇ ਹਨ। ਪੁਲਿਸ ਨੇ ਜਦੋਂ ਘਰ ਦੇ ਅੰਦਰ ਵੜਨ ਦਾ ਯਤਨ ਕੀਤਾ ਤਾਂ ਖਾੜਕੂ ਸਿੰਘਾਂ ਨੇ ਇੱਕਦਮ ਗੋਲੀਆਂ ਦੀ ਵਾਛੜ ਕਰ ਦਿੱਤੀ, ਜਿਸ ਨਾਲ ਪੁਲਿਸ ਤੇ CRP ਦੇ 2 ਸਿਪਾਹੀ ਥਾਂਏ ਮਾਰੇ ਗਏ ਸਨ ਅਤੇ ਕੁਝ ਹੋਰ ਫੱਟੜ ਹੋ ਗਏ ਸਨ। ਇਸ ਤੋਂ ਘਬਰਾ ਕੇ ਹਮਲੇ ਦੀ ਅਗਵਾਈ ਕਰ ਰਹੇ ਪੁਲਿਸ ਅਫਸਰਾਂ ਨੇ ਕਾਹਲੀ ਨਾਲ ਆਪਣੀ ਮਦਦ ਲਈ ਫੌਜ ਸੱਦ ਲਈ ਸੀ। ਮੌਕੇ ਤੇ ਮੌਜੂਦ ਪੁਲਿਸ ਅਫਸਰਾਂ ਦੇ ਦੱਸਣ ਮੁਤਾਬਕ ਸਰਕਾਰੀ ਹਥਿਆਰਬੰਦ ਬਲਾਂ ਦੇ ਕੁੱਲ ਮਿਲਾ ਕੇ 900 ਜਵਾਨ, 400 ਫੌਜੀ, 300 CRPF ਦੇ ਜਵਾਨ ਤੇ 200 ਪੁਲਿਸ ਦੇ ਸਿਪਾਹੀ ਇਸ ਆਪਰੇਸ਼ਨ ਵਿੱਚ ਸ਼ਾਮਲ ਸਨ। ਪਰ ਅਖਬਾਰਾਂ ਦੇ ਸੂਤਰਾਂ ਅਨੁਸਾਰ ਇਸ ਲੜਾਈ ਵਿੱਚ ਤਿੰਨਾਂ ਫੋਰਸਾਂ ਨੂੰ ਮਿਲਾ ਕੇ ਕੁੱਲ 1600 ਜਵਾਨ ਸ਼ਾਮਲ ਸਨ। ਦੂਜੇ ਪਾਸੇ ਘਰ ਦੇ ਅੰਦਰ ਖਾੜਕੂ ਕਿੰਨੇ ਸਨ? ਸਿਰਫ 3, ਭਾਵ 3 ਸਿੰਘਾਂ ਨਾਲ ਲੜਨ ਲਈ ਸਰਕਾਰੀ ਹਥਿਆਰਬੰਦ ਬਲਾਂ ਦੇ 1,500 ਤੋਂ ਵੱਧ ਸੂਰਮੇ ਤਾਇਨਾਤ ਕੀਤੇ ਗਏ ਸਨ। 30 ਘੰਟਿਆਂ ਤੱਕ ਚੱਲੇ ਮੁਕਾਬਲੇ ਵਿੱਚ 3 ਖਾੜਕੂਆਂ ਤੋਂ ਇਲਾਵਾ 6 ਪਿੰਡ ਵਾਸੀ ਨਿਹੱਕੇ ਮਾਰੇ ਗਏ ਸਨ। ਨਕਸਲੀ ਲਹਿਰ ਦੇ ਮਕਬੂਲ ਇਨਕਲਾਬੀ ਕਵੀ ਸੰਤ ਰਾਮ ਉਦਾਸੀ ਨੇ 1970-71 ਵਿੱਚ ਪੁਲਿਸ ਮੁਕਾਬਲਿਆਂ ਦੇ ਸੱਚ ਬਾਰੇ ਇੱਕ ਕਵਿਤਾ ਲਿਖੀ ਸੀ, ਜਿਸ ਦੀਆਂ 2 ਪੰਕਤੀਆਂ ਇਸ ਤਰ੍ਹਾਂ ਹਨ। ਸਾਨੂੰ ਪਤਾ ਹੈ ਸਾਹਾਂ ਦਾ ਅੰਤ ਸਾਡਾ ਹੋਣਾ, ਨਹਿਰ ਜਾਂ ਕਿਸੇ ਡਰੇਨ ਦਾ ਪੁਲ। ਮੇਰੇ ਦੋਸਤਾ
ਕੈਸਾ ਮੁਕਾਬਲਾ ਹੈ 100 ਬੋਕ ਤੇ ਕੱਲਾ ਸਰੋਂ ਦਾ ਫੁੱਲ। ਮੁਕਾਬਲਾ ਖਤਮ ਹੋਣ ਤੋਂ ਬਾਅਦ ਇਹ ਸੱਚ ਸਾਹਮਣੇ ਆਇਆ ਕਿ ਘਰ ਵਿੱਚ ਕੇਵਲ 3 ਹੀ ਖਾੜਕੂ ਸੁਰਜੀਤ ਸਿੰਘ ਬੀਲਾ, ਸੁਖਦੇਵ ਸਿੰਘ ਮੱਦੀ ਪਿੰਡ ਬੀਲਾ ਤੇ ਹਰਬੰਸ ਸਿੰਘ ਪਿੰਡ ਸਰਹਾਲੀ ਛੁਪੇ ਹੋਏ ਸਨ। ਉਹਨਾਂ ਨੇ ਘਰ ਵਿੱਚ ਛੁਪਣ ਲਈ ਪੱਕਾ ਭੋਰਾ ਬਣਾਇਆ ਹੋਇਆ ਸੀ। ਸੋ ਜਦੋਂ ਪੁਲਿਸ ਨੇ ਘਰ ਅੰਦਰ ਵੜਨ ਦਾ ਯਤਨ ਕੀਤਾ ਤਾਂ ਖਾੜਕੂ ਸਿੰਘਾਂ ਨੇ ਉਹਨਾਂ ਦਾ ਸਵਾਗਤ ਗੋਲੀਆਂ ਦੀ ਬੁਛਾੜ ਨਾਲ ਕੀਤਾ ਸੀ। ਇਸ ਉਪਰੰਤ ਕਾਹਲੀ ਨਾਲ ਫੌਜ ਸੱਦੀ ਗਈ ਸੀ, ਜਿਸ ਨੇ ਆਉਂਦਿਆਂ ਹੀ ਭਾਰੀ ਗੋਲਾਬਾਰੀ ਕਰਕੇ ਘਰ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ। ਪਰ ਖਾੜਕੂ ਫਿਰ ਵੀ ਆਪਣੇ ਠਿਕਾਣੇ ਤੋਂ ਲਗਾਤਾਰ ਗੋਲੀਆਂ ਚਲਾਉਂਦੇ ਰਹੇ ਸਨ, ਜਿਸ ਦੇ ਡਰ ਨਾਲ ਫੌਜ ਤੇ ਪੁਲਿਸ ਦਾ ਘਰ ਦੇ ਅੰਦਰ ਵੜਨ ਦਾ ਹੌਸਲਾ ਨਹੀਂ ਪੈ ਰਿਹਾ ਸੀ। ਅਖੀਰ ਵਿੱਚ ਪੁਲਿਸ ਨੇ ਪਿੰਡ ਦੇ ਲੋਕਾਂ ਨੂੰ ਢਾਲ ਬਣਾ ਕੇ ਅਰਥਾਤ ਆਮ ਲੋਕਾਂ ਨੂੰ ਆਪਣੇ ਅੱਗੇ ਲਾ ਕੇ ਘਰ ਵਿੱਚ ਦਾਖਲ ਹੋਣ ਦੀ ਰਣਨੀਤੀ ਅਪਣਾਈ। ਜੰਗ ਦੇ ਕੌਮਾਂਤਰੀ ਪੱਧਰ ਤੇ ਸਰਬ ਪ੍ਰਵਾਨਿਤ ਨਿਯਮਾਂ ਅਨੁਸਾਰ ਆਮੋ ਸਾਹਮਣੀ ਲੜਾਈ ਦੌਰਾਨ ਆਮ ਸਿਵਲੀਅਨ ਲੋਕਾਂ ਨੂੰ ਮਨੁੱਖੀ ਢਾਲ ਹਿਊਮਨ ਸ਼ੀਲਡ ਬਣਾਉਣਾ ਜੰਗੀ ਜੁਰਮ ਮੰਨਿਆ ਜਾਂਦਾ ਹੈ। ਪਰ ਇਸ ਮਾਮਲੇ ਵਿੱਚ ਇਹ ਜੁਰਮ ਦਿਨ ਦਿਹਾੜੇ ਸਭ ਦੀਆਂ ਅੱਖਾਂ ਦੇ ਸਾਹਮਣੇ ਹੋਇਆ। ਸਿੱਟੇ ਵਜੋਂ ਪਿੰਡ ਦੇ 6 ਆਮ ਆਦਮੀ ਬੇਦੋਸ਼ੇ ਮਾਰੇ ਗਏ, ਜਿਨ੍ਹਾਂ ਵਿੱਚੋਂ ਇੱਕ ਗਰੀਬ ਮਜ਼ਦੂਰ ਸੀ ਜਿਹੜਾ ਆਪਣੇ ਖੱਚਰ ਰੇੜੇ ਨਾਲ ਭੱਠੇ ਤੇ ਇੱਟਾਂ ਢੋ ਕੇ ਗੁਜ਼ਾਰਾ ਕਰਦਾ ਸੀ। ਪਰ ਅਜੀਤ ਸਿੰਘ ਸੰਧੂ ਨੇ 10 ਜੂਨ ਦੀ ਸਵੇਰ ਨੂੰ ਅਖਬਾਰਾਂ ਦੇ ਨੁਮਾਇੰਦਿਆਂ ਕੋਲ ਪੂਰੀ ਬੇਸ਼ਰਮੀ ਨਾਲ ਇਹ ਝੂਠ ਬੋਲਿਆ ਸੀ ਕਿ ਮੁਕਾਬਲੇ ਵਿੱਚ ਮਾਰੇ ਗਏ ਸਾਰੇ 9 ਵਿਅਕਤੀ ਖਤਰਨਾਕ ਦਹਿਸ਼ਤਗਰਦ ਹਨ। ਉਸ ਵੇਲੇ ਚੰਡੀਗੜ੍ਹ ਤੋਂ ਛਪਦੇ ਅੰਗਰੇਜ਼ੀ ਦੇ ਇੱਕੋ ਇੱਕ ਅਖਬਾਰ ਦਾ ਟ੍ਰਿਬਿਊਨ ਨੇ ਅਗਲੇ ਦਿਨ ਪੁਲਿਸ ਦਾ ਇਹ ਝੂਠ ਪੂਰੀ ਵਫਾਦਾਰੀ ਨਾਲ ਇੰਨ-ਬਿੰਨ ਛਾਪਿਆ ਸੀ। ਉਸ ਵੇਲੇ ਭਾਈ ਜਸਵੰਤ ਸਿੰਘ ਨੂੰ ਇੰਗਲੈਂਡ ਤੋਂ ਮੁੜੇ ਨੂੰ ਅਜੇ ਕੁਝ ਦਿਨ ਹੀ ਹੋਏ ਸਨ, ਪਰ ਉਸਨੇ ਖਬਰ ਪੜ੍ਹਦਿਆਂ ਹੀ ਉਸੇ ਵੇਲੇ ਬੀਲੇ ਪਹੁੰਚ ਕੇ ਲੋਕਾਂ ਕੋਲੋਂ ਸਾਰੀ ਸੱਚਾਈ ਦਾ ਪਤਾ ਕੀਤਾ। ਪੁਲਿਸ ਨੇ ਮੁਕਾਬਲੇ ਵਿੱਚ ਮਾਰੇ ਗਏ ਸਾਰੇ 9 ਵਿਅਕਤੀਆਂ ਨੂੰ ਦਹਿਸ਼ਤਗਰਦ ਕਹਿ ਕੇ ਉਹਨਾਂ ਦਾ 10 ਜੂਨ ਨੂੰ ਤਰਨਤਾਰਨ ਦੇ ਮਿਊਨਿਸਪਲ ਸ਼ਮਸ਼ਾਨ ਘਾਟ ਅੰਦਰ ਇਕੱਠਿਆਂ ਸੰਸਕਾਰ ਕਰ ਦਿੱਤਾ ਸੀ। ਇੱਕ ਮ੍ਰਿਤਕ ਅਜੀਤ ਸਿੰਘ ਦਾ ਪਰਿਵਾਰ ਸੰਸਕਾਰ ਮੌਕੇ ਹਾਜ਼ਰ ਸੀ, ਪਰ ਪੁਲਿਸ ਨੇ ਸਾਰੇ 9 ਜਣਿਆਂ ਨੂੰ ਅਣਪਛਾਤੇ ਜਾਂ ਲਵਾਰਸ ਕਹਿ ਕੇ ਸਾੜ ਦਿੱਤਾ ਸੀ। ਮਾਰੇ ਗਏ ਦੂਸਰੇ ਪਿੰਡ ਵਾਸੀਆਂ ਦੇ ਪਰਿਵਾਰਾਂ ਨੂੰ ਸ਼ਮਸ਼ਾਨ ਘਾਟ ਦੇ ਅੰਦਰ ਵੜਨ ਤੋਂ ਜ਼ਬਰਦਸਤੀ ਰੋਕ ਲਿਆ ਗਿਆ ਸੀ। ਭਾਈ ਜਸਵੰਤ ਸਿੰਘ ਨੇ ਇਹ ਸਾਰੇ ਤੱਥ ਇੰਡੀਅਨ ਐਕਸਪ੍ਰੈਸ ਅਖਬਾਰ ਲਈ ਤਰਨਤਾਰਨ ਤੋਂ ਖਬਰਾਂ ਭੇਜਣ ਵਾਲੇ ਰਿਪੋਰਟਰ ਨੂੰ ਦੱਸੇ, ਜਿਨ੍ਹਾਂ ਦੇ ਆਧਾਰ ਤੇ ਅਗਲੇ ਦਿਨ ਅਖਬਾਰ ਨੇ ਆਪਣੇ ਮੁੱਖ ਸਫ਼ੇ ਤੇ ਖਬਰ ਪੂਰੀ ਉਭਾਰ ਕੇ ਛਾਪੀ ਸੀ। ਇਸ ਖਬਰ ਨੇ ਅਜੀਤ ਸਿੰਘ ਸੰਧੂ ਦੇ ਝੂਠ ਦਾ ਪੋਲ ਖੋਲ੍ਹ ਦਿੱਤਾ ਸੀ। ਇਸ ਖਬਰ ਦੇ ਦਬਾਅ ਹੇਠ ਹੀ ਪੰਜਾਬ ਸਰਕਾਰ ਨੂੰ ਸ਼ਰਮੋ ਸ਼ਰਮੀ ਸਾਰੇ ਮਾਮਲੇ ਦੀ ਪੜਤਾਲ ਕਰਨ ਦੇ ਹੁਕਮ ਜਾਰੀ ਕਰਨੇ ਪੈ ਗਏ ਸਨ। ਪਰ ਜਦੋਂ ਸਰਕਾਰਾਂ ਦੀ ਨੀਤ ਸਾਫ਼ ਨਾ ਹੋਵੇ ਤਾਂ ਅਜਿਹੀਆਂ ਪੜਤਾਲਾਂ ਦਾ ਮਕਸਦ ਸੱਚ ਨੂੰ ਸਾਹਮਣੇ ਲਿਆਉਣ ਦੀ ਥਾਂ ਸੱਚ ਉੱਤੇ ਪਰਦਾ ਪਾਉਣ ਜਾਂ ਪੜਤਾਲ ਨੂੰ ਬੇਵਜ੍ਹਾ ਲਮਕਾ ਕੇ ਸਚਾਈ ਨੂੰ ਘੱਟੇ ਰੋਲਣਾ ਹੁੰਦਾ। ਇਸ ਮਾਮਲੇ ਵਿੱਚ ਵੀ ਇਹੀ ਸਰਕਾਰੀ ਖੇਡ ਖੇਡੀ ਗਈ ਸੀ। ਉਹ ਪੜਤਾਲੀਆ ਰਿਪੋਰਟ ਅਜੇ ਤੱਕ ਵੀ ਸਰਕਾਰੀ ਕਾਗਜ਼ਾਂ ਵਿੱਚ ਹੀ ਸਹਿ ਰਹੀ ਹੈ। ਖਾੜਕੂ ਸਿੰਘਾਂ ਦੇ ਪਰਿਵਾਰਾਂ ਉੱਤੇ ਪੁਲਿਸੀ ਜ਼ਬਰ ਦੀ ਮੁਹਿੰਮ 1992 ਵਿੱਚ ਬੇਅੰਤ ਸਿੰਘ ਦੀ ਸਰਕਾਰ ਬਣਨ ਤੋਂ ਬਾਅਦ ਪੁਲਿਸ ਨੇ ਖਾੜਕੂਆਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਘਰਾਂ ਤੋਂ ਚੁੱਕ ਕੇ ਅੰਨਾ ਤਸ਼ੱਦਦ ਢਾਉਣ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰ ਦੇਣ ਦੀ ਵਿਆਪਕ ਮੁਹਿੰਮ ਚਲਾ ਦਿੱਤੀ ਸੀ। ਸਿਤਮ ਦੀ ਗੱਲ ਇਹ ਕਿ ਪੁਲਿਸ ਮ੍ਰਿਤਕਾਂ ਦੀਆਂ ਦੇਹਾਂ ਨੂੰ ਵਾਰਸਾਂ ਦੇ ਹਵਾਲੇ ਨਹੀਂ ਕਰਦੀ ਸੀ। ਉਹਨਾਂ ਨੂੰ ਕਿੱਥੇ ਖੁਰਦ-ਬੁਰਦ ਕੀਤਾ ਜਾਂਦਾ ਸੀ, ਇਸ ਬਾਰੇ ਕੋਈ ਪਤਾ ਨਹੀਂ ਚੱਲਦਾ ਸੀ। ਇਸੇ ਕੜੀ ਤਹਿਤ ਪੁਲਿਸ ਨੇ ਭਾਈ ਜਸਵੰਤ ਸਿੰਘ ਖਾਲੜਾ ਦੇ 2 ਦੋਸਤਾਂ ਨੂੰ ਅਲੱਗ-ਅਲੱਗ ਥਾਵਾਂ ਤੋਂ ਘਰੋਂ ਚੁੱਕ ਕੇ ਲਾਪਤਾ ਕਰ ਦਿੱਤਾ ਸੀ। ਇਹਨਾਂ ਵਿੱਚੋਂ ਇੱਕ ਪੰਥਕ ਕਮੇਟੀ ਡਾਕਟਰ ਸੋਹਣ ਸਿੰਘ ਦੇ ਮੈਂਬਰ ਭਾਈ ਹਰਮਿੰਦਰ ਸਿੰਘ ਸੁਲਤਾਨਵਿੰਡ ਦਾ ਚਾਚਾ ਬਾਬਾ ਪਿਆਰਾ ਸਿੰਘ ਸੀ, ਜੋ ਕਿ ਅੰਮ੍ਰਿਤਸਰ ਕੇਂਦਰੀ ਸਹਿਕਾਰੀ ਬੈਂਕ ਦਾ ਡਾਇਰੈਕਟਰ ਸੀ। ਉਸ ਵੇਲੇ ਜਸਵੰਤ ਸਿੰਘ ਖਾਲੜਾ ਵੀ ਉਸੇ ਬੈਂਕ ਦਾ ਡਾਇਰੈਕਟਰ ਸੀ। ਉਸ ਦੀ ਪਿਆਰਾ ਸਿੰਘ ਨਾਲ ਜਿਗਰੀ ਸਾਂਝ ਸੀ। ਬਾਬਾ ਪਿਆਰਾ ਸਿੰਘ ਪੁਲਿਸ ਦੀਆਂ ਵਧੀਕੀਆਂ ਤੋਂ ਬਚਣ ਲਈ ਯੂਪੀ ਵਿੱਚ ਲਖੀਮਪੁਰ ਖੇੜੀ ਜ਼ਿਲ੍ਹੇ ਵਿੱਚ
ਆਪਣੇ ਫਾਰਮ ਤੇ ਚਲਾ ਗਿਆ ਸੀ, ਪਰ ਪੰਜਾਬ ਪੁਲਿਸ ਨੇ ਉਸ ਦਾ ਪਿੱਛਾ ਕਰਕੇ ਉਸ ਨੂੰ ਫਾਰਮ ਤੋਂ ਫਰੇਬੀ ਢੰਗ ਨਾਲ ਗ੍ਰਿਫਤਾਰ ਕਰ ਲਿਆ ਸੀ। ਹੋਇਆ ਇਹ ਕਿ 11 ਦਸੰਬਰ 1992 ਨੂੰ ਸਵੇਰੇ ਹੀ ਫਾਰਮ ਉੱਤੇ ਇੱਕ ਜੀਪ ਆ ਕੇ ਰੁਕੀ। ਉਸ ਵਿੱਚੋਂ 4 ਵਿਅਕਤੀ ਉਤਰੇ, ਜਿਨ੍ਹਾਂ ਦੇ ਚਿੱਟੇ ਕੋਟ ਪਾਏ ਹੋਏ ਸਨ ਤੇ ਗਲਾਂ ਵਿੱਚ ਸਟੈਥੋਸਕੋਪ ਲਟਕ ਰਹੇ ਸਨ। ਉਹਨਾਂ ਆਪਣੀ ਜਾਣ ਪਛਾਣ ਡਾਕਟਰਾਂ ਵਜੋਂ ਕਰਵਾਈ ਅਤੇ ਦੱਸਿਆ ਕਿ ਕੁਝ ਮਿੰਟਾਂ ਵਿੱਚ ਹੀ ਪਿੰਡ ਵਿੱਚ ਕੋਈ ਵੱਡਾ ਸਰਕਾਰੀ ਅਫਸਰ ਡਿਸਪੈਂਸਰੀ ਦਾ ਉਦਘਾਟਨ ਕਰਨ ਲਈ ਪਹੁੰਚ ਰਿਹਾ ਹੈ, ਜਿਸ ਕਰਕੇ ਉੱਥੇ ਪਿੰਡ ਦੇ ਕੁਝ ਪਤਵੰਤੇ ਲੋਕਾਂ ਦੀ ਹਾਜ਼ਰੀ ਜ਼ਰੂਰੀ ਹੈ। ਉਹਨਾਂ ਬਾਬਾ ਪਿਆਰਾ ਸਿੰਘ ਨੂੰ ਉਹਨਾਂ ਦੇ ਨਾਲ ਜਾਣ ਲਈ ਕਿਹਾ। ਉਹਨਾਂ ਨਾਲ ਹੀ ਕੋਲ ਖਲੋਤੇ ਉਸ ਦੇ ਨੌਜਵਾਨ ਪੁੱਤਰ ਬਲਰਾਜ ਸਿੰਘ ਨੂੰ ਵੀ ਨਾਲ ਬਿਠਾ ਲਿਆ। ਥੋੜੀ ਹੀ ਦੂਰ ਜਾ ਕੇ ਡਾਕਟਰ ਆਪਣੇ ਅਸਲੀ ਰੰਗ ਵਿੱਚ ਆ ਗਏ। ਉਹ ਪੰਜਾਬ ਪੁਲਿਸ ਦੇ ਬੁੱਚੜ ਮੁਲਾਜ਼ਮ ਸਨ, ਜਿਹੜੇ ਬਾਬਾ ਪਿਆਰਾ ਸਿੰਘ ਤੇ ਉਸ ਦੇ ਪੁੱਤਰ ਨੂੰ ਲੈ ਕੇ ਉੱਥੋਂ ਸਿੱਧੇ ਅੰਮ੍ਰਿਤਸਰ ਪਹੁੰਚ ਗਏ ਸਨ। ਅੰਮ੍ਰਿਤਸਰ ਵਿੱਚ ਪੁਲਿਸ ਨੇ ਦੋਵਾਂ ਪਿਓ ਪੁੱਤਾਂ ਨੂੰ ਇਕੱਠਿਆਂ 5 ਦਿਨ ਸਥਾਨਕ BR ਮਾਡਰਨ ਸਕੂਲ ਵਿੱਚ ਰੱਖਿਆ, ਜਿੱਥੇ ਉਹਨਾਂ ਉੱਤੇ ਬੇਤਹਾਸ਼ਾ ਤਸ਼ੱਦਦ ਕੀਤਾ ਗਿਆ। 16 ਦਸੰਬਰ ਨੂੰ ਬਾਬਾ ਪਿਆਰਾ ਸਿੰਘ ਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਦੀ ਖਬਰ ਛਪ ਗਈ। ਉਸ ਦੇ ਪਰਿਵਾਰ ਨੇ ਉਸ ਦੀ ਲਾਸ਼ ਲੈਣ ਦੇ ਪੁਰਜ਼ੋਰ ਯਤਨ ਕੀਤੇ, ਪਰ ਪੁਲਿਸ ਨੇ ਦੁਖੀ ਪਰਿਵਾਰ ਦੀ ਇੱਕ ਨਾ ਸੁਣੀ। ਇਸੇ ਹੀ ਸਮੇਂ ਦੌਰਾਨ ਉਸੇ ਬੈਂਕ ਦੇ ਇੱਕ ਹੋਰ ਡਾਇਰੈਕਟਰ ਅਮਰੀਕ ਸਿੰਘ ਮੱਤੇਵਾਲ, ਜਿਹੜਾ ਪ੍ਰਸਿੱਧ ਖਾੜਕੂ ਭਾਈ ਸੀਤਲ ਸਿੰਘ ਮੱਤੇਵਾਲ ਦਾ ਭਰਾ ਸੀ, ਨੂੰ ਵੀ ਘਰੋਂ ਚੁੱਕ ਕੇ ਗੁੰਮ ਕਰ ਦਿੱਤਾ ਸੀ। ਇਹਨਾਂ ਦੇ ਨਾਲ ਸੀਤਲ ਸਿੰਘ ਦੀ ਸਿੰਘਣੀ ਤੇ ਭਰਾ ਦਰਸ਼ਨ ਸਿੰਘ ਵੀ ਸੀ। ਭਾਈ ਜਸਵੰਤ ਸਿੰਘ ਨੇ ਆਪਣੇ ਇਹਨਾਂ ਦੋਸਤਾਂ ਦੀਆਂ ਮ੍ਰਿਤਕ ਦੇਹਾਂ ਲੱਭਣ ਲਈ ਪੂਰੀ ਵਾਹ ਲਾ ਦਿੱਤੀ ਸੀ, ਪਰੰਤੂ ਪੁਲਿਸ ਨੇ ਕੋਈ ਪੱਲਾ ਨਹੀਂ ਫੜਾਇਆ ਸੀ। ਪਰ ਇਸ ਦੇ ਬਾਵਜੂਦ ਭਾਈ ਜਸਵੰਤ ਸਿੰਘ ਖਾਲੜਾ ਨੇ ਹਾਰ ਨਾ ਮੰਨੀ। ਉਸ ਨੇ ਪੂਰੇ ਸਿਰੜ ਨਾਲ ਆਪਣੀ ਖੋਜ ਜਾਰੀ ਰੱਖੀ। ਇਸ ਤੋਂ 2 ਮਹੀਨਿਆਂ ਬਾਅਦ 28 ਫਰਵਰੀ 1993 ਨੂੰ ਬਾਬਾ ਗੁਰਬਚਨ ਸਿੰਘ ਮਾਣੋਚਾਲ ਦੇ ਪੁਲਿਸ ਮੁਕਾਬਲੇ ਵਿੱਚ ਮਾਰੇ ਜਾਣ ਦੀ ਖਬਰ ਨਸ਼ਰ ਹੋਈ। ਖਬਰ ਸੁਣਦਿਆਂ ਹੀ ਭਾਈ ਜਸਵੰਤ ਸਿੰਘ ਨੇ ਬਾਬਾ ਮਾਣੋਚਾਲ ਦੀ ਮ੍ਰਿਤਕ ਦੇਹ ਲੈਣ ਲਈ ਯਤਨ ਕਰਨ ਦਾ ਮਨ ਬਣਾਇਆ। ਪੁਲਿਸ ਨੇ ਜਿਹੜੀ ਲਾਸ਼ ਅਣਪਛਾਤੀ ਜਾਂ ਲਵਾਰਸ਼ ਕਹਿ ਕੇ ਸਾੜਨੀ ਹੁੰਦੀ ਸੀ, ਉਸ ਬਾਰੇ ਇਹ ਮਨ ਘੜਤ ਝੂਠ ਸਿਰਜਿਆ ਜਾਂਦਾ ਸੀ ਕਿ ਮਾਰੇ ਗਏ ਖਾੜਕੂ ਦੀ ਲਾਸ਼ ਲੈਣ ਲਈ ਕੋਈ ਵਾਰਸ ਅੱਗੇ ਨਹੀਂ ਸੀ ਆਇਆ। ਇਸ ਝੂਠ ਰਾਹੀਂ ਪੁਲਿਸ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰਦੀ ਸੀ ਕਿ ਲੋਕ ਖਾੜਕੂਆਂ ਦੇ ਇੰਨੇ ਖਿਲਾਫ ਹੋ ਗਏ ਹਨ ਕਿ ਕੋਈ ਉਹਨਾਂ ਦੀਆਂ ਲਾਸ਼ਾਂ ਦਾ ਵਾਰਸ ਬਣਨ ਲਈ ਵੀ ਤਿਆਰ ਨਹੀਂ। ਭਾਈ ਖਾਲੜਾ ਦਾ ਵਿਚਾਰ ਇਹ ਸੀ ਕਿ ਦਮਦਮੀ ਟਕਸਾਲ ਦੇ 1-2 ਮੁਹਤਬਰ ਬੰਦਿਆਂ ਨੂੰ ਨਾਲ ਲੈ ਕੇ ਬਾਬਾ ਮਾਣੋਚਾਲ ਦੇ ਵਾਰਸ ਹੋਣ ਦਾ ਦਾਅਵਾ ਕੀਤਾ ਜਾਵੇ ਅਤੇ ਇਸ ਆਧਾਰ ਤੇ ਪੁਲਿਸ ਕੋਲੋਂ ਉਸ ਦਾ ਮ੍ਰਿਤਕ ਸਰੀਰ ਲੈਣ ਦਾ ਯਤਨ ਕੀਤਾ ਜਾਵੇ। ਜੇਕਰ ਪੁਲਿਸ ਲਾਸ਼ ਨੂੰ ਲਵਾਰਸ ਕਹਿ ਕੇ ਸਾੜਨ ਦਾ ਯਤਨ ਕਰਦੀ ਹੈ ਤਾਂ ਉਸ ਦੇ ਝੂਠ ਦਾ ਭਾਂਡਾ ਚੁਰਾਹੇ ਵਿੱਚ ਭੰਨਿਆ ਜਾ ਸਕਦਾ ਸੀ। ਭਾਈ ਖਾਲੜਾ ਦਮਨ ਵਿਰੋਧੀ ਫਰੰਟ ਦੇ ਵਰਕਰਾਂ ਨਾਲ ਰਾਏ ਮਸ਼ਵਰਾ ਕਰਕੇ ਇਕੱਲਾ ਹੀ ਆਪਣੇ ਸਕੂਟਰ ਤੇ ਸਵਾਰ ਹੋ ਕੇ ਤਰਨਤਾਰਨ ਲਈ ਚੱਲ ਪਿਆ। ਤੁਰਨ ਤੋਂ ਪਹਿਲਾਂ ਉਸ ਨੇ ਆਪਣੇ ਸਾਥੀਆਂ ਨੂੰ ਤਾਕੀਦ ਕਰ ਦਿੱਤੀ ਸੀ ਕਿ ਪੁਲਿਸ ਦੇ ਜਾਬਰ ਵਤੀਰੇ ਨੂੰ ਦੇਖਦੇ ਹੋਏ ਉਸ ਨਾਲ ਉੱਥੇ ਕੋਈ ਵੀ ਮੰਦ ਹੋਣੀ ਵਾਪਰ ਸਕਦੀ ਹੈ ਅਤੇ ਜੇਕਰ ਉਹ ਵਾਪਸ ਨਾ ਆ ਸਕਿਆ ਤਾਂ ਮੇਰੇ ਤੋਂ ਬਾਅਦ ਤੁਸੀਂ ਆਪਣੇ ਮਿਸ਼ਨ ਨੂੰ ਇਸੇ ਜਜ਼ਬੇ ਨਾਲ ਜਾਰੀ ਰੱਖਣਾ। ਉਧਰ ਦਮਦਮੀ ਟਕਸਾਲ ਦੇ ਆਗੂ ਭਾਈ ਮੋਹਕਮ ਸਿੰਘ ਨੂੰ ਵੀ ਅੰਮ੍ਰਿਤਸਰ ਵਿਖੇ ਪੱਤਰਕਾਰ ਮਹਿੰਦਰ ਸਿੰਘ ਕੋਲੋਂ ਬਾਬਾ ਮਾਣੋਚਾਲ ਦੀ ਸ਼ਹਾਦਤ ਦੀ ਖਬਰ ਮਿਲ ਗਈ ਸੀ ਅਤੇ ਉਹ ਉਸੇ ਵੇਲੇ ਆਪਣੇ ਇੱਕ ਸਾਥੀ ਨਾਲ ਬਾਬਾ ਮਾਣੋਚਾਲ ਦਾ ਸਰੀਰ ਲੈਣ ਲਈ ਜੀਪ ਤੇ ਸਵਾਰ ਹੋ ਕੇ ਤਰਨਤਾਰਨ ਲਈ ਰਵਾਨਾ ਹੋ ਗਏ ਸਨ। ਸਬੱਬ ਨਾਲ ਉਹਨਾਂ ਨੂੰ ਰਸਤੇ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਸਕੂਟਰ ਉੱਤੇ ਇਕੱਲਾ ਹੀ ਤਰਨਤਾਰਨ ਵੱਲ ਜਾਂਦਾ ਦਿਸ ਗਿਆ। ਉਹਨਾਂ ਨੇ ਮਿਲ ਕੇ ਸੰਖੇਪ ਵਿੱਚ ਆਪਸੀ ਰਾਏ ਮਸ਼ਵਰਾ ਕੀਤਾ। ਭਾਈ ਖਾਲੜਾ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਚੱਲੋ, ਮੈਂ ਸਕੂਟਰ ਉੱਤੇ ਤੁਹਾਡੇ ਪਿੱਛੇ ਹੀ ਆਉਂਦਾ ਹਾਂ। ਭਾਈ ਮੋਹਕਮ ਸਿੰਘ ਹੋਰਾਂ ਨੇ ਤਰਨਤਾਰਨ ਜਾ ਕੇ ਦੇਖਿਆ ਕਿ ਬਾਬਾ ਮਾਣੋਚਾਲ ਦਾ ਮ੍ਰਿਤਕ ਸਰੀਰ ਮੁੱਖ ਸੜਕ ਉੱਤੇ ਬੋੜੀਵਾਲਾ ਚੌਂਕ ਵਿੱਚ ਇੱਕ ਬੋਰਡ ਹੇਠਾਂ ਰੱਖਿਆ ਹੋਇਆ ਸੀ। ਚਾਰੇ ਪਾਸੇ ਪੁਲਿਸ ਭਾਰੀ ਨਫਰੀ ਵਿੱਚ ਤਾਇਨਾਤ ਕੀਤੀ ਹੋਈ ਸੀ। ਨੇੜੇ ਹੀ ਇੱਕ
ਗੱਤੇ ਜਿਹੇ ਤੇ ਹੱਥ ਨਾਲ ਲਿਖ ਕੇ ਲਾਇਆ ਹੋਇਆ ਸੀ ਕਿ ਖਤਰਨਾਕ ਅੱਤਵਾਦੀ ਗੁਰਬਚਨ ਸਿੰਘ ਮਾਣੋਚਾਲ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਹੈ, ਪਰ ਉਸ ਦੀ ਲਾਸ਼ ਲੈਣ ਲਈ ਕੋਈ ਵਾਰਸ ਨਹੀਂ ਆਇਆ। ਇਸ ਕਰਕੇ ਇਸ ਲਾਸ਼ ਨੂੰ ਲਵਾਰਸ ਕਹਿ ਕੇ ਸਾੜਿਆ ਜਾ ਰਿਹਾ ਹੈ। ਇਹੋ ਗੱਲ ਲਾਊਡ ਸਪੀਕਰ ਤੋਂ ਵੀ ਦੁਹਰਾਈ ਜਾ ਰਹੀ ਸੀ। ਭਾਈ ਮੋਹਕਮ ਸਿੰਘ ਹੋਰਾਂ ਨੇ ਇਸ ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਉਹ ਬਾਬਾ ਮਾਣੋਚਾਲ ਦੇ ਵਾਰਸ ਹਨ ਤੇ ਉਸ ਦਾ ਮ੍ਰਿਤਕ ਸਰੀਰ ਉਹਨਾਂ ਨੂੰ ਦਿੱਤਾ ਜਾਵੇ। ਪੁਲਿਸ ਨੇ ਉਹਨਾਂ ਦਾ ਇਹ ਦਾਅਵਾ ਬੇਰੁਖੀ ਨਾਲ ਠੁਕਰਾ ਦਿੱਤਾ ਅਤੇ ਉਹਨਾਂ ਤੇ ਇਤਰਾਜ਼ਾਂ ਦੇ ਬਾਵਜੂਦ ਜ਼ਬਰਦਸਤੀ ਲਾਸ਼ ਨੂੰ ਚੁੱਕ ਕੇ ਮਿਊਂਸਪਲ ਸ਼ਮਸ਼ਾਨ ਘਾਟ ਲੈ ਗਏ। ਉਸ ਵੇਲੇ ਤੱਕ ਭਾਈ ਖਾਲੜਾ ਵੀ ਸ਼ਮਸ਼ਾਨ ਘਾਟ ਪਹੁੰਚ ਗਿਆ ਸੀ, ਪਰ ਉਹਨਾਂ ਦੇ ਪੂਰਾ ਯਤਨ ਕਰਨ ਦੇ ਬਾਵਜੂਦ ਪੁਲਿਸ ਨੇ ਉਹਨਾਂ ਨੂੰ ਬਾਬਾ ਮਾਣੋਚਾਲ ਦਾ ਸਰੀਰ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤਰੀਕੇ ਨਾਲ ਪੁਲਿਸ ਨੇ ਬਾਬਾ ਮਾਣੋਚਾਲ ਦੇ ਮ੍ਰਿਤਕ ਸਰੀਰ ਦਾ ਲਾਵਾਰਸ਼ ਕਹਿ ਕੇ ਕਾਹਲੀ ਨਾਲ ਸੰਸਕਾਰ ਕਰ ਦਿੱਤਾ ਸੀ। ਪੁਲਿਸ ਦੀ ਇਸ ਹਰਕਤ ਨੂੰ ਦੇਖ ਕੇ ਭਾਈ ਜਸਵੰਤ ਸਿੰਘ ਨੂੰ ਇੱਕਦਮ ਸ਼ੱਕ ਹੋ ਗਿਆ ਸੀ ਕਿ ਉਸ ਦੇ ਜਿਨ੍ਹਾਂ ਦੋ ਦੋਸਤਾਂ ਦੀਆਂ ਲਾਸ਼ਾਂ ਦੀ ਕੋਈ ਉੱਗ ਸੁੱਗ ਨਹੀਂ ਮਿਲ ਰਹੀ ਸੀ, ਹੋ ਸਕਦਾ ਹੈ ਉਹਨਾਂ ਨੂੰ ਵੀ ਇਸੇ ਤਰ੍ਹਾਂ ਲਾਵਾਰਸ ਕਹਿ ਕੇ ਮਿਊਂਸਪਲ ਸ਼ਮਸ਼ਾਨ ਘਾਟ ਅੰਦਰ ਸਾੜ ਦਿੱਤਾ ਗਿਆ ਹੋਵੇ। ਬਸ ਇੱਥੋਂ ਹੀ ਉਸ ਦੀ ਅਣਪਛਾਤੀਆਂ ਲਾਸ਼ਾਂ ਦੀ ਸਚਾਈ ਦਾ ਪਤਾ ਲਾਉਣ ਦੀ ਜਾਨ ਹੌਲਵੀਂ ਜੱਦੋ ਜਹਿਦ ਆਰੰਭ ਹੋ ਗਈ ਸੀ। ਕਿਤਾਬ ਸ਼ਹੀਦ ਜਸਵੰਤ ਸਿੰਘ ਖਾਲੜਾ, ਸੋਚ, ਸੰਘਰਸ਼ ਤੇ ਸ਼ਹਾਦਤ, ਲੇਖਕ ਸਰਦਾਰ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ, ਭਾਗ 11। ਪੂਰੀ ਕਿਤਾਬ ਸੁਣਨ ਵਾਸਤੇ ਗੁਰਜੰਟ ਸਿੰਘ ਰੂਪਵਾਲੀ YouTube ਚੈਨਲ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।